ਵਾਹਿਗੁਰੂ ਸਾਹਿਬ ਜੀਓ। ਡੰਡਾਉਤ ਬੰਦਨ ਆਨਿਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਵਿਦ ਤੁਮ ਹਰ ਜਾਨ ਹੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਵਾਹਿਗੁਰੂ
ਕਾਟ ਮਾਲਕ ਦਿਲਾਂ ਕਾ ਸੱਚਾ ਪਰਵਤਗਾਰ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੁਸ਼ੋਭਿਤ ਗੁਰੂ ਪਿਆਰੀ ਸਾਧ ਸੰਗਤ ਜੀ, ਵਡਭਾਗੇ ਹਾਂ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਆਪਣੀਆਂ ਸੁਰਤੀਆਂ ਨੂੰ ਇਕਾਗਰ ਰੱਖਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ, ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਇੱਕ ਇੱਕ ਵਚਨ ਪੂਰੇ ਧਿਆਨ ਦੇ ਨਾਲ ਸ਼ਰਵਣ ਕਰਨਾ ਹੈ। ਤਿਲੰਗ ਰਾਗ ਦੇ ਵਿੱਚੋਂ ਪੰਜਵੇਂ ਪਾਤਸ਼ਾਹ ਜੀ ਦਾ ਸ਼ਬਦ ਆਪਾਂ ਨੇ ਗਾਇਨ ਕੀਤਾ ਹੈ। ਤਿਲੰਗ ਮਹਿਲਾ ਪੰਜਵਾਂ, ਘਰ ਤੀਜਾ। ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕਉ ਦੇ ਦਾਨ ਰਹਾਓ। ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਜੋ ਮਾਲਕ ਸਾਹਿਬ ਹੈ, ਮਿਹਰਬਾਨ ਹੈ, ਬਖਸ਼ਿਸ਼ ਕਰਨ ਵਾਲਾ ਹੈ, ਕਿਰਪਾ ਕਰਨ ਵਾਲਾ ਹੈ। ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਦਾ ਅਰਥ ਹੁੰਦਾ ਮਾਲਕ ਪ੍ਰਮਾਤਮਾ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਸਾਰਿਆਂ ਦਾ ਮਾਲਕ ਇੱਕ ਪ੍ਰਮਾਤਮਾ ਹੀ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਦੱਦਾ ਦਾਤਾ ਏਕ ਹੈ, ਸਭ ਕਉ ਦੇਵਨਹਾਰ, ਦੇਂਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ। ਕਿਤੇ ਲਿਖਿਆ ਨਾਨਕ ਏਕੀ ਵਾਹਰਾ, ਦੂਜਾ ਦਾਤਾ ਨਾਹੀਂ। ਤੇ ਕਿਤੇ ਗੁਰਬਾਣੀ ਦੇ ਵਿੱਚ ਲਿਖਿਆ ਇੱਕ ਦਾਤੇ ਦੀ ਗੱਲ ਪੱਕ ਜਾਵੇ। ਇਹ ਪ੍ਰਮਾਣ ਮਾਤਰ ਪੰਕਤੀ ਵੀ ਪੜ੍ਹ ਲਓ। ਸਭ ਜਗ ਫੇਰ ਮੈਂ ਦੇਖਿਆ, ਹਰ ਇੱਕੋ ਦਾਤਾ। ਸਭ ਜਗ ਫੇਰ ਮੈਂ ਦੇਖਿਆ, ਹਰ ਇੱਕੋ ਦਾਤਾ। ਉਹ ਪਾਏ ਕਿਤੇ ਨਾ ਪਾਈਐ, ਹਰ ਕਰਮ ਵਿਦਾਤਾ। ਉਹ ਪਾਏ ਕਿਤੇ ਨਾ ਪਾਈਐ, ਹਰ ਕਰਮ ਵਿਦਾਤਾ। ਸਭ ਜਗ ਫੇਰ ਮੈਂ ਦੇਖਿਆ, ਹਰ ਇੱਕੋ ਦਾਤਾ। ਸਭ ਜਗ ਫੇਰ ਮੈਂ ਦੇਖਿਆ, ਹਰ ਇੱਕੋ ਦਾਤਾ। ਸੋ ਇਹ ਸਾਨੂੰ ਗੁਰੂ ਜੀ ਦਾ ਗਿਆਨ ਦ੍ਰਿੜ ਹੋ ਜਾਵੇ ਵੀ ਦਾਤਾ ਇੱਕੋ ਹੀ ਹੈ, ਤਾਂ ਇੱਕ ਪ੍ਰਮਾਤਮਾ ਤੇ ਹੀ ਸਾਡਾ ਧਿਆਨ ਇਕਾਗਰ ਹੋ ਸਕਦਾ ਹੈ। ਇੱਕ ਨਾਲ ਜੁੜ ਕੇ ਹੀ ਅਸੀਂ ਇੱਕ ਹੋ ਸਕਦੇ ਹਾਂ। ਇੱਕ ਦੀ ਗੱਲ ਸਮਝ ਆਵੇ ਤਾਂ ਸਾਡੀ ਦੁਬਿਧਾ ਖਤਮ ਹੋ ਸਕਦੀ ਹੈ। ਜਿੰਨੀ ਦੇਰ ਤੱਕ ਆਪਾਂ ਦੁਬਿਧਾ ਦੇ ਵਿੱਚ ਹਾਂ, ਓਨੀ ਦੇਰ ਤੱਕ ਪ੍ਰਮਾਤਮਾ ਦਾ ਪਿਆਰ ਪੈਦਾ ਨਹੀਂ ਹੋ ਸਕਦਾ। ਦੁਬਿਧਾ ਦਾ ਅਰਥ ਕੀ ਹੁੰਦਾ ਹੈ? ਵੀ ਜਿੰਨੀ ਦੇਰ ਸਾਡੇ ਮਨ ਦੇ ਕਿਸੇ ਕੋਨੇ ਵਿੱਚ ਇਹ ਖਿਆਲ ਆਏ ਵੀ ਪ੍ਰਮਾਤਮਾ ਤੋਂ ਬਿਨਾਂ ਕੋਈ ਹੋਰ ਸ਼ਕਤੀ ਵੀ ਹੈਗੀ ਹੈ, ਇਹ ਦੁਬਿਧਾ ਹੈ। ਇਸ ਦੁਬਿਧਾ ਨੇ ਬਹੁਤ ਘਰ ਗਾਲ ਦਿੱਤੇ। ਇਨ ਦੁਬਿਧਾ ਘਰ ਬਹੁਤੇ ਗਾਲੇ। ਇਹ ਦੁਬਿਧਾ ਨੇ ਮਨੁੱਖਤਾ ਨੂੰ ਖਰਾਬ ਕਰ ਦਿੱਤਾ। ਇਹ ਦ੍ਰਿੜ ਕਰ ਲਓ, ਪਿਛਲੀਆਂ ਹਾਜ਼ਰੀਆਂ 'ਚ ਵੀ ਗੱਲ ਹੋ ਚੁੱਕੀ ਹੈ ਕਿ ਪ੍ਰਮਾਤਮਾ ਜੀ ਤੋਂ ਬਿਨਾਂ ਹੋਰ ਇੱਥੇ ਦੂਜੀ ਕੋਈ ਸ਼ਕਤੀ ਨਹੀਂ। ਕਰਨ ਕਾਰਨ ਭਰਾਵ ਏਕ ਹੈ, ਦੂਸਰ ਨਾਹੀ ਕੋਈ। ਨਾਨਕ ਤਿਸ ਬਲਿਹਾਰਨ ਹੈ, ਜਲ ਥਲ ਮਹੀਅਲ ਸੋਈ। ਸਰਵੰਗ ਸਾਚਾ ਏਕ ਹੈ, ਦੂਜਾ ਨਾਹੀ ਕੋਈ। ਕਿਤੇ ਰਹਿ ਰਾ ਸਭ 'ਚ ਪੜ੍ਹਦੇ ਹਾਂ, ਤੂੰ ਦਰਿਆਓ ਸਭ ਤੁਝ ਹੀ ਮਾਹੀ, ਤੁਝ ਬਿਨ ਦੂਜਾ ਕੋਈ ਨਾਹੀ। ਦੁਬਿਧਾ ਵਿੱਚ ਵੈਰਾਗ ਨਾ ਹੋਵੇ, ਜਬ ਲਗ ਦੂਜੀ ਰਾਈ।
ਜੇ ਤੁਹਾਡੇ ਮਨ ਵਿੱਚ ਕਿਸੇ ਦੂਜੀ ਸ਼ਕਤੀ ਦਾ ਰੰਚਕ ਮਾਤਰ ਵੀ ਖਿਆਲ ਹੈ ਤਾਂ ਤੁਸੀਂ ਦੁਬਿਧਾ ਦੇ ਵਿੱਚ ਹੋ, ਤੇ ਦੁਬਿਧਾ ਦੇ ਵਿੱਚ ਪ੍ਰਮਾਤਮਾ ਦਾ ਪਿਆਰ ਪੈਦਾ ਨਹੀਂ ਹੋ ਸਕਦਾ। ਚਲੋ ਰਹੋ ਵਿਚਾਰ, ਆਪਾਂ ਸ਼ਬਦੀ ਵਿਚਾਰ ਵੱਲ ਆਈਏ। ਮਿਹਰਬਾਨ ਸਾਹਿਬ ਮਿਹਰਬਾਨ, ਜੋ ਸਭ ਦਾ ਮਾਲਕ ਹੈ ਸਾਹਿਬ ਪ੍ਰਮਾਤਮਾ, ਮਿਹਰਬਾਨ ਹੈ, ਬਖਸ਼ਿਸ਼ ਕਰਨ ਵਾਲਾ ਹੈ। ਸਾਹਿਬ ਮੇਰਾ ਮਿਹਰਬਾਨ, ਗੁਰੂ ਜੀ ਦੁਆਰਾ ਦੁਹਰਾ ਕੇ ਕਹਿ ਰਹੇ ਹਨ, ਮੇਰਾ ਮਾਲਕ ਮਿਹਰਬਾਨ ਹੈ। ਜੀ ਸਗਲ ਕਉ ਦੇ ਦਾਨ ਰਹਾਓ, ਸਾਰੇ ਜੀਵਾਂ ਤੇ ਬਖਸ਼ਿਸ਼ ਕਰਨ ਵਾਲਾ ਹੈ। ਤਾਂ ਦਾਨ ਦਾ ਅਰਥ ਹੈ ਇੱਥੇ ਬਖਸ਼ਿਸ਼। ਇਹ ਅਲੱਗ ਗੱਲ ਹੈ ਕਿ ਕੋਈ ਉਸ ਦੀ ਬਖਸ਼ਿਸ਼ ਨੂੰ ਸੰਭਾਲਦਾ, ਕੋਈ ਨਹੀਂ ਸੰਭਾਲਦਾ। ਉਹ ਸਾਰਿਆਂ ਤੇ ਹੀ ਕਿਰਪਾ ਕਰ ਰਿਹਾ, ਯਾਦ ਰੱਖਿਓ। ਪਰ ਕਿਰਪਾ ਨੂੰ ਸੰਭਾਲਣਾ ਤਾਂ ਫਰਜ਼ ਹੈ ਨਾ। ਜਿਵੇਂ ਬਾਰਿਸ਼ ਪੈਂਦੀ ਹੈ, ਮੀਂਹ ਪੈਂਦਾ ਹੈ, ਟਿੱਬੇ ਤੋਂ ਪਾਣੀ ਸਲਿੱਪ ਕਰ ਗਿਆ, ਤਿਲਕ ਗਿਆ, ਢਲ ਗਿਆ ਕਹਿ ਲਓ, ਟਿੱਬਾ ਸੰਭਾਲ ਨਹੀਂ ਪਾਇਆ। ਖਾਲੀ ਚੱਲੇ ਧਨੀ ਸਿਉ ਟਿੱਬੇ ਜਿਉਂ ਮੀਂਹਾਂ। ਕਹਿੰਦੇ ਇਦਾਂ ਹੀ ਮਾਲਕ ਦੀ ਕਿਰਪਾ ਤੋਂ ਕਈ ਖਾਲੀ ਰਹਿ ਜਾਂਦੇ ਐ, ਜਿਵੇਂ ਟਿੱਬੇ ਮੀਂਹ ਤੋਂ। ਕਿਉਂਕਿ ਦ੍ਰਿਸ਼ਟਾਂਤ ਰਾਹੀਂ ਗੱਲ ਸਮਝ ਆ ਜਾਂਦੀ ਹੈ ਨਾ। ਜੇ ਆਪਣੇ ਅੰਦਰ ਹੰਕਾਰ ਦਾ ਟਿੱਬਾ ਉਸਰਿਆ ਹੋਇਆ ਹੈ ਤਾਂ ਅਸੀਂ ਮਾਲਕ ਦੀ ਕਿਰਪਾ ਤੋਂ ਵਾਂਝੇ ਰਹਿ ਜਾਂਦੇ ਹਾਂ। ਜਿਵੇਂ ਬੱਦਲ ਕਦੇ ਵੀ ਵਿਤਕਰਾ ਨਹੀਂ ਕਰਦਾ, ਉਹ ਤਾਂ ਟਿੱਬੇ ਤੇ ਵੀ ਵਰਸਿਆ, ਪਰ ਟਿੱਬੇ ਨੇ ਪਾਣੀ ਨੂੰ ਸੰਭਾਲਿਆ ਨਹੀਂ। ਮੂਧਾ ਭਾਂਡਾ ਹੈ, ਮੰਨ ਲਓ ਬਾਰਿਸ਼ ਮੂਧੇ ਭਾਂਡੇ ਤੇ ਵੀ ਹੁੰਦੀ ਹੈ, ਪਰ ਉਹ ਸੰਭਾਲ ਨਹੀਂ ਪਾਉਂਦਾ। ਉਹਦਾ ਭਾਂਡਾ ਕਛ ਨਾ ਸਮਾਵੈ ਸੀਧਾ, ਅੰਮ੍ਰਿਤ ਪਵੈ ਨਿਹਾਰ। ਭਾਵ ਅਰਥ ਆਪਣੇ ਤੇ ਲੈਣਾ ਵੀ ਜੇ ਆਪਾਂ ਰੱਬੀ ਬਾਣੀ ਦਾ ਵਚਨ ਨਹੀਂ ਮੰਨਦੇ ਤਾਂ ਅਸੀਂ ਮੂਧੇ ਭਾਂਡੇ ਹਾਂ, ਜੇ ਵਚਨ ਮੰਨਦੇ ਹਾਂ ਤਾਂ ਅਸੀਂ ਸਿੱਧੇ ਭਾਂਡੇ ਹਾਂ, ਸਨਮੁਖ। ਇਸ ਕਰਕੇ ਅਸੀਂ ਰੱਬੀ ਬਾਣੀ ਦੇ ਗਿਆਨ ਨੂੰ ਮੰਨੀਏ, ਸਨਮੁਖ ਹੋਈਏ, ਬਖਸ਼ਿਸ਼ ਦੇ ਪਾਤਰ ਬਣੀਏ। ਪ੍ਰਮਾਤਮਾ ਤਾਂ ਬਖਸ਼ਿਸ਼ ਕਰ ਰਿਹਾ ਹੈ, ਸਭ ਤੇ ਬਖਸ਼ਿਸ਼ ਹੈ, ਤੇ ਅਸੀਂ ਉਸ ਬਖਸ਼ਿਸ਼ ਨੂੰ ਸੰਭਾਲਣਾ ਹੈ। ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ। ਮਾਲਕ ਕਿਰਪਾ ਕਰ ਰਿਹਾ, ਆਪਣੇ ਆਪ ਤੇ ਵੀ ਕਿਰਪਾ ਕਰੀਏ। ਆਪਣੇ ਆਪ ਤੇ ਕਿਰਪਾ, ਪ੍ਰਮਾਤਮਾ ਉਹਨਾਂ ਦੀ ਸਹਾਇਤਾ ਕਰਦਾ ਜਿਹੜੇ ਆਪਣੀ ਸਹਾਇਤਾ ਆਪ ਕਰਦੇ ਆ। ਗੋਡ ਹੈਲਪ ਇਜ਼ ਦੋਜ਼ ਹੂ ਹੈਲਪ ਦੈਮਸੈਲਫ। ਸੋ ਆਪਣੇ ਆਪ ਤੇ ਵੀ ਕਿਰਪਾ ਕਰੀਏ, ਬੁਰਾਈਆਂ ਛੱਡ ਦਈਏ, ਰੱਬੀ ਬਾਣੀ ਦਾ ਵਚਨ ਮੰਨੀਏ। ਵਚਨ ਮੰਨਣਾ ਆਪਣੇ ਆਪ ਤੇ ਕਿਰਪਾ ਹੁੰਦੀ ਹੈ। ਸੁਣਤ ਕਮਾਵਤ ਹੋਤ ਉਧਾਰ। ਜਿਵੇਂ ਕਿ ਕੋਈ ਰੋਗੀ ਹੈ, ਉਹ ਡਾਕਟਰ ਦਾ ਵਚਨ ਮੰਨਦਾ ਹੈ, ਆਪਣੇ ਆਪ ਤੇ ਕਿਰਪਾ ਕਰ ਰਿਹਾ ਹੈ। ਡਾਕਟਰ ਤਾਂ ਕਿਰਪਾ ਕਰਦਾ ਹੀ ਕਰਦਾ ਹੈ, ਚੈੱਕਅਪ ਕਰਦਾ ਹੈ, ਦਵਾਈ ਦੱਸਦਾ ਹੈ, ਪਰਹੇਜ਼ ਦੱਸਦਾ ਹੈ। ਹੁਣ ਮਰੀਜ਼ ਨੇ, ਰੋਗੀ ਨੇ ਆਪਣੇ ਆਪ ਤੇ ਕਿਰਪਾ ਕਰਨੀ ਹੈ, ਭਾਵ ਕਿ ਡਾਕਟਰ ਦਾ ਦੱਸਿਆ ਹੋਇਆ ਪਰਹੇਜ਼ ਰੱਖਣਾ ਹੈ, ਦਵਾਈ ਖਾਣੀ ਹੈ। ਤਾਂ ਤੇ ਵਚਨ ਮੰਨਣਾ ਆਪਣੇ ਆਪ ਤੇ ਕਿਰਪਾ ਹੈ। ਪਿਛਲੀਆਂ ਹਾਜ਼ਰੀਆਂ 'ਚ ਵੀ ਵਿਸਥਾਰ 'ਚ ਗੱਲ ਹੋ ਚੁੱਕੀ ਹੈ। ਤਾਂ ਤੇ ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ। ਜੀ ਸਗਲ ਕੋ ਦੇ ਦਾਨ ਰਹਾਓ, ਤੂੰ ਕਾਹੇ ਡੋਲਹਿ ਪ੍ਰਾਣੀਆਂ, ਤੁਧ ਰਾਖੈਗਾ ਸਿਰਜਨਹਾਰ। ਗੁਰੂ ਸਾਹਿਬ ਜੀ ਕਹਿੰਦੇ ਐ ਪ੍ਰਾਣੀ ਤੂੰ ਕਾਤੇ ਡੋਲਦਾ ਹੈ, ਤੂੰ ਕਾਹੇ ਡੋਲਹਿ ਪ੍ਰਾਣੀਆਂ, ਤੁਧ ਰਾਖੈਗਾ ਸਿਰਜਨਹਾਰ। ਤੈਨੂੰ ਤੇਰਾ ਰਚਨ ਵਾਲਾ ਮਾਲਕ ਰੱਖੇਗਾ, ਆਪਣੇ ਮਾਲਕ ਦਾ ਸਹਾਰਾ ਤੱਕ। ਅਸੀਂ ਡੋਲਦੇ ਕਦੋਂ ਹਾਂ? ਗਿਆਨ ਤੋਂ ਬਿਨਾਂ ਸਾਡਾ ਮਨ ਕਮਜ਼ੋਰ ਹੋ ਜਾਂਦਾ ਹੈ। ਕਮਜ਼ੋਰ ਹੋਇਆ ਮਨ ਡਿੱਕ ਡੋਲੇ ਖਾਂਦਾ ਹੈ। ਜਿਵੇਂ ਸਹੀ ਖੁਰਾਕ ਨਾ ਮਿਲੇ ਤੇ ਤਨ ਕਮਜ਼ੋਰ ਹੋ ਜਾਂਦਾ ਹੈ, ਜੇ ਸਹੀ ਗਿਆਨ ਨਾ ਮਿਲੇ ਤਾਂ ਮਨ ਕਮਜ਼ੋਰ ਹੋ ਜਾਂਦਾ ਹੈ। ਤਨ ਦੀ ਖੁਰਾਕ ਭੋਜਨ ਹੈ, ਮਨ ਦੀ ਖੁਰਾਕ ਗਿਆਨ ਹੈ। ਜੇ ਅਸੀਂ ਰੱਬੀ ਬਾਣੀ ਦਾ ਗਿਆਨ ਪ੍ਰਾਪਤ ਕਰੀਏ ਤਾਂ ਗੁਰੂ ਦਾ ਸ਼ਬਦ ਸਾਡੇ ਮਨ ਨੂੰ ਮਜ਼ਬੂਤ ਕਰ ਦਿੰਦਾ ਹੈ। ਜਿਉਂ ਮੰਦਰ ਕੋ ਥੰਮੈ ਥੰਮਣ, ਤਿਉਂ ਗੁਰ ਕਾ ਸ਼ਬਦ ਮਨਹਿ ਅਸ ਥੰਮਣ। ਤੇ ਫਿਰ ਅਸੀਂ ਕਦੇ ਵੀ ਡੋਲਦੇ ਨਹੀਂ। ਮਨ ਨਾ ਡਿੱਗਿਆ ਤਨ ਕਾਹੇ ਕੋ ਡਰਾਏ। ਜੇ ਮਨ ਨਾ ਡਿੱਗੇ, ਮਨ ਨਾ ਡੋਲੇ ਤਾਂ ਤਨ ਨੇ ਕੀ ਡਰਨਾ। ਇਸ ਕਰਕੇ ਅਸੀਂ ਕਦੋਂ ਡੋਲਦੇ ਹਾਂ? ਜਦੋਂ ਸਾਡੇ ਮਨ ਦੇ ਵਿੱਚ ਭਰਮ ਹੈ। ਅਸੀਂ ਕਈ ਤਰ੍ਹਾਂ ਦੇ ਭਰਮ ਪਾਲੇ ਹੋਏ ਆ। ਭਰਮਾਂ ਦੀ ਗੱਲ ਪਿਛਲੀਆਂ ਹਾਜ਼ਰੀਆਂ 'ਚ ਹੋ ਚੁੱਕੀ ਹੈ। ਸੋ ਸਾਰੇ ਵਹਿਮ ਭਰਮ ਛੱਡ ਗਏ। ਸਾਡੀ ਜ਼ਿੰਦਗੀ 'ਚ ਕਿਸੇ ਦੇਵੀ ਦੇਵਤੇ ਦਾ, ਕਿਸੇ ਬਾਬੇ ਪੀਰ ਦਾ ਕੋਈ ਦਖਲ ਨਹੀਂ। ਵਿਸਥਾਰ ਪਿਛਲੀਆਂ ਦੀਵਾਨਾਂ 'ਚ ਹੋ ਚੁੱਕਿਆ। ਕੋਈ ਕਿਸੇ ਨੂੰ ਬਾਹਰੋਂ ਭੂਤ ਪ੍ਰੇਤ ਨਹੀਂ ਚੁੰਬੜਦਾ, ਕੋਈ ਕਿਸੇ ਨੂੰ ਨਜ਼ਰ ਨਹੀਂ ਲੱਗਦੀ, ਕੋਈ ਕਿਸੇ ਤੇ ਰਾਹੂ ਕੇਤੂ ਨਹੀਂ ਆਉਂਦਾ। ਇਹ ਦੁਬਾਰਾ ਦੁਹਰਾਉਣਾ ਪੈਂਦਾ ਹੈ। ਇਹ ਭਰਮ ਨੇ, ਇਹ ਪਿਆਰੀ ਨੇ ਭਰਮ ਪਾਏ ਹੋਏ ਹੈ ਮਨੁੱਖਤਾ ਨੂੰ ਭਰਮ 'ਚ ਪਾ ਕੇ ਲੁੱਟਣ ਵਾਸਤੇ।
ਸੋ ਇਹਨਾਂ ਭਰਮਾਂ ਨੂੰ ਅਸੀਂ ਛੱਡ ਦਈਏ, ਡੋਲਣਾ ਛੱਡ ਦਈਏ। ਤੇ ਆ ਜੇ ਕਿਸੇ ਦੇ ਕੋਈ ਤਵੀਤ ਧਾਗਾ ਪਾਇਆ ਤਾਂ ਇਹਨੂੰ ਤੋੜ ਕੇ ਸੁੱਟ ਦਿਓ। ਜਿਹਨੇ ਕੋਈ ਧਾਗਾ ਬੰਨਿਆ, ਕੋਈ ਤਵੀਤੀ ਪਾਈ ਹੈ, ਕੋਈ ਨਗ ਪਾਇਆ, ਉੱਥੋਂ ਪਤਾ ਲੱਗਦਾ ਵੀ ਇਹਦਾ ਮਨ ਹੈ ਜਿਹੜਾ ਡੋਲਿਆ ਹੋਇਆ। ਡੋਲੇ ਮਨ ਦੀ ਨਿਸ਼ਾਨੀ ਹੈ, ਜੋਤਸ਼ੀ ਨੂੰ ਹੱਥ ਦਿਖਾਊਗਾ। ਜਿਹੜਾ ਡੋਲਿਆ ਹੋਇਆ ਨਾ ਉਹ ਜੋਤਸ਼ੀ ਨੂੰ ਹੱਥ ਦਿਖਾਊ। ਜਿਹੜਾ ਡੋਲਿਆ ਹੋਇਆ ਉਹ ਕੋਈ ਤਵੀਤ ਧਾਗਾ ਲੈ ਕੇ ਆਊਗਾ। ਪਿਛਲੀ ਹਾਜ਼ਰੀ ਵੀ ਦੱਸਿਆ ਸੀ, ਦੁਬਾਰਾ ਦੁਹਰਾਉਣਾ ਪੈਂਦਾ ਕਿਉਂਕਿ ਕੁਝ ਭੈਣ ਭਰਾ ਨਵੇਂ ਸਰੋਤੇ ਹੁੰਦੇ ਆ। ਇਹ ਸਭ ਜਾਨੀ ਕਿ ਝੂਠ ਹੈ ਪਾਂਡੇ ਦੇ। ਜੋਤਿਸ਼ ਵਗੈਰਾ ਕੋਈ ਚੀਜ਼ ਨਹੀਂ ਹੁੰਦੀ, ਕੋਈ ਕਿਸੇ ਤੇ ਕੋਈ ਸ਼ਨੀ ਨਹੀਂ ਆਉਂਦਾ, ਕੋਈ ਰਾਹੂ ਕੇਤੂ ਨਹੀਂ ਆਉਂਦਾ। ਇਹ ਸਭ ਜਾਨੀ ਕਿ ਕਈ ਸਾਡੀਆਂ ਮਾਵਾਂ ਭੈਣਾਂ ਧੀਆਂ ਜਿਨ੍ਹਾਂ ਨੂੰ ਗਿਆਨ ਨਹੀਂ, ਕੁਝ ਭਾਈ ਵੀ ਕਹਿ ਲਓ ਜ਼ਿਆਦਾ ਬੀਬੀਆਂ, ਉਹ ਗੁਰਦੁਆਰਾ ਸਾਹਿਬ ਕੋਈ ਮਹਾਂ ਦੀ ਦਾਲ ਚੱਕੀ ਫਿਰਦਾ, ਕੋਈ ਸਰੋਂ ਦਾ ਤੇਲ ਚੱਕੀ ਫਿਰਦਾ, ਕਿ ਉਹ ਜੋਤਸ਼ੀ ਨੇ ਭਰਮ ਪਾਤਾ। ਤੇ ਉਹ ਚਲਾਕ ਵੀ ਬੜੇ ਆ, ਉਹ ਕਹਿੰਦੇ ਵੀ ਇਹ ਚੀਜ਼ਾਂ ਤੁਸੀਂ ਭਾਵੇਂ ਗੁਰਦੁਆਰੇ ਕਹਿੰਦੇ ਚੜਾ ਦਿਓ। ਤਾਂ ਤੇ ਇਹਨੂੰ ਜਾਨੀ ਕਿ ਇਹ ਗੱਲਾਂ ਨੂੰ ਅਸੀਂ ਛੱਡ ਗਏ, ਗੁਰਬਾਣੀ ਦੀ ਗੱਲ ਨੂੰ ਮੰਨੀਏ। ਗ੍ਰਹਿ ਨਵਾਰੇ ਸਤਿਗੁਰੂ ਦੇ ਆਪਣਾ ਨਾਮ। ਹਾਂ, ਜੇ ਕੋਈ ਗੁਰਬਾਣੀ ਦੇ ਗਿਆਨ ਨੂੰ ਨਹੀਂ ਮੰਨਣਾ ਚਾਹੁੰਦਾ, ਜਿੱਥੇ ਮਰਜੀ ਜਾ ਸਕਦਾ। ਸ਼ਨੀ ਮੰਦਿਰ 'ਚ ਜਾ ਕੇ ਕੋਈ ਸਰੋਂ ਦਾ ਤੇਲ ਚੜਾ ਸਕਦਾ, ਮਹਾਂ ਦੀ ਦਾਲ ਲੋਹਾ ਚੜਾ ਸਕਦਾ, ਪਰ ਇੰਨੀ ਕਿਰਪਾ ਰੱਖਿਆ ਕਰੋ ਗੁਰਦੁਆਰੇ ਨੂੰ ਸ਼ਨੀ ਮੰਦਿਰ ਨਾ ਬਣਾਓ। ਬੋਲੋ ਸਤਨਾਮ। ਇੰਨਾ ਕੁ ਤਾਂ ਰੱਖੋ ਨਾ। ਸ਼ਰਧਾ ਤਾਂ ਇੱਕੋ ਹੀ ਹੁੰਦੀ ਹੈ, ਗੁਰੂ ਦੇ ਵਚਨ ਨੂੰ ਸੱਤ ਕਰਕੇ ਮੰਨੋ। ਇਹ ਨਹੀਂ ਹੁੰਦਾ ਵੀ ਆਪਦੀ ਮਰਜ਼ੀ ਨਾਲ ਕੋਈ ਪਖੰਡ ਕਰੀ ਚਲੋ ਸਾਡੀ ਸ਼ਰਧਾ ਹੈ ਜੀ, ਅਸੀਂ ਸ਼ਰਧਾ ਨਾਲ ਲਿਆਏ ਹਾਂ ਜੀ ਮਹਾਂ ਦੀ ਦਾਲ, ਅਸੀਂ ਸ਼ਰਧਾ ਨਾਲ ਲੈ ਕੇ ਆਏ ਜੀ ਸਰੋਂ ਦਾ ਤੇਲ। ਨਹੀਂ, ਇਹ ਸ਼ਰਧਾ ਛੱਡ ਦਿਓ। ਨਕਲੀ ਸ਼ਰਧਾ ਜਿਹੜੀ ਇਹ ਡੋਬ ਦਿੰਦੀ ਹੈ। ਅਸਲੀ ਸ਼ਰਧਾ ਇੱਕੋ ਹੀ ਹੁੰਦੀ ਹੈ। ਦੁਬਾਰੇ ਨੋਟ ਕਰਿਓ, ਗੁਰੂ ਜੀ ਦੇ ਵਚਨ ਨੂੰ ਸੱਤ ਕਰਕੇ ਮੰਨਣਾ ਹੀ ਸ਼ਰਧਾ ਹੈ। ਜਦੋਂ ਅਸੀਂ ਗੁਰੂ ਦੇ ਵਚਨ ਨੂੰ ਮੰਨਦੇ ਨਹੀਂ ਤਾਂ ਇਹਦਾ ਭਾਵ ਕਿ ਸਾਡੇ ਮਨ ਦੇ ਵਿੱਚ ਗੁਰੂ ਪ੍ਰਤੀ ਸ਼ਰਧਾ ਹੈ ਨਹੀਂ। ਸ਼ਰਧਾ ਹੁੰਦੀ ਹੈ, ਦ੍ਰਿੜ ਕਰ ਲਓ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣ ਹੋ, ਗੁਰਸਿੱਖ ਹੋ ਹਰ ਕਰਤਾ ਆਪ ਮੋਹ ਕਢਾਏ। ਸ਼ਰਧਾ ਹੈ ਗੁਰਸਿੱਖੋ, ਗੁਰੂ ਦੇ ਵਚਨ ਨੂੰ ਸੱਤ ਕਰਕੇ ਮੰਨੋ। ਆਪਣੀ ਮਰਜ਼ੀ ਦੇ ਨਾਲ ਕੋਈ ਪਖੰਡ ਕਰੀ ਜਾਣ ਨੂੰ ਸ਼ਰਧਾ ਨਹੀਂ ਕਹਿੰਦੇ। ਆਪਣੀ ਮਰਜ਼ੀ ਨਾਲ ਕੋਈ ਪਖੰਡ ਕਰਨ ਵਾਲੇ ਨੂੰ ਗੁਰਬਾਣੀ ਵਿੱਚ ਸਾਖਤ ਕਿਹਾ। ਬਾਣੀ ਦਾ ਪ੍ਰਮਾਣ ਪੜ੍ਹ ਲਓ, ਕਹਿੰਦੇ ਭਰਮੇ ਭੂਲਾ ਸਾਖਤ ਫਿਰਤਾ, ਨੀਰ ਬਰੋਲਾ ਖੱਪ ਖੱਪ ਮਰਤਾ। ਗਿਆਨ ਤੋਂ ਬਿਨਾਂ ਜਿਹੜੀ ਸ਼ਰਧਾ ਕੌਡੀ ਦੀ ਵੀ ਨਹੀਂ ਹੁੰਦੀ। ਗਿਆਨ ਤੋਂ ਬਿਨਾਂ ਸ਼ਰਧਾ ਜਿਹੜੀ ਇਹ ਕਿਵੇਂ ਮਰਵਾਉਂਦੀ ਹੈ, ਗੁਰੂ ਸਾਹਿਬ ਜੀ ਨੇ ਪ੍ਰਮਾਣ ਦਿੱਤਾ ਬਾਣੀ ਵਿੱਚ। ਕਹਿੰਦੇ ਜਿਹੜਾ ਸਾਖਤ ਹੈ ਨਾ, ਇਹ ਭਰਮ ਦੇ ਵਿੱਚ ਭੁੱਲਿਆ ਹੋਇਆ ਭਾਵ ਗਲਤ ਰਾਹ ਪਿਆ ਹੋਇਆ। ਸਾਖਤ ਜਿਹੜੇ ਵਹਿਮਾਂ ਭਰਮਾਂ ਦੇ ਵਿੱਚੋਂ ਸ਼ਕਤੀਆਂ ਲੱਭਦੇ ਆ, ਵਹਿਮਾਂ ਭਰਮਾਂ ਦੇ ਵਿੱਚੋਂ ਕੋਈ ਬਖਸ਼ਿਸ਼ ਲੱਭਦੇ ਆ। ਤੇ ਗੁਰੂ ਸਾਹਿਬ ਜੀ ਕਹਿੰਦੇ ਸਾਖਤ ਦੀ ਹਾਲਤ ਕੀ ਹੈ? ਕਹਿੰਦੇ ਨੀਰ ਬਰੋਲਾ ਖੱਪ ਖੱਪ ਮਰਤਾ। ਕਹਿੰਦੇ ਪਾਣੀ ਰੜਕਦਾ ਤੇ ਖੱਪ ਖੱਪ ਕੇ ਮਰਦਾ ਹੈ। ਹੁਣ ਤੁਸੀਂ ਮੈਨੂੰ ਦੱਸੋ ਕਿੰਨੇ ਭੈਣ ਭਰਾ ਬੈਠੇ ਹੋ, ਕੋਈ ਮਾਤਾ ਭੈਣ ਧੀ ਦੱਸੋ ਜਾਂ ਕੋਈ ਵੀਰ ਭਾਈ ਦੱਸੋ ਕਿ ਸ਼ਰਧਾ ਦੇ ਨਾਲ ਪਾਣੀ ਚੋਂ ਮੱਖਣ ਨਿਕਲ ਸਕਦਾ ਹੈ? ਲੈ ਦੱਸਿਓ ਭਾਈ, ਮਾੜਾ ਜਿਹਾ ਕੱਢ ਲਓ ਕੋਈ ਸ਼ਰਧਾ ਨਾਲ। ਕੋਈ ਬਹੁਤ ਕਰੀ ਜਾਂਦਾ ਸ਼ਰਧਾ ਹੋਣੀ ਚਾਹੀਦੀ। ਸ਼ਰਧਾ ਕੀ ਸੁਆਹ ਹੁੰਦੀ ਹੈ। ਤਾਂ ਤੇ ਗਿਆਨ ਤੋਂ ਬਿਨਾਂ ਕਹਿਣ ਦਾ ਭਾਵ ਕੀ ਕਰੂ ਸ਼ਰਧਾ? ਖੱਪ ਖੱਪ ਕੇ ਮਰ ਜੂ, ਪਾਣੀ ਵਿੱਚੋਂ ਕਦੇ ਮੱਖਣ ਨਹੀਂ ਨਿਕਲਿਆ ਸ਼ਰਧਾ ਨਾਲ। ਭਾਵ ਅਰਥ ਕੀ ਹੈ? ਗਿਆਨ ਤੋਂ ਬਿਨਾਂ ਜਿਹੜੀ ਸ਼ਰਧਾ ਹੈ ਇਹ ਪਾਣੀ ਰਿੜਕਣ ਵਾਲੀ ਗੱਲ ਹੈ। ਗਿਆਨ ਤੋਂ ਬਿਨਾਂ ਸ਼ਰਧਾ ਸੁਆਹ ਹੁੰਦੀ ਹੈ ਜੀ। ਗਿਆਨ ਤੋਂ ਬਿਨਾਂ ਸ਼ਰਧਾ ਕੌਡੀ ਦੀ ਨਹੀਂ ਕਹਿ ਲਓ, ਗਿਆਨ ਤੋਂ ਬਿਨਾਂ ਵਾਲੀ ਸ਼ਰਧਾ ਮਰਵਾਉਂਦੀ ਹੈ। ਹੁਣ ਜਿਹੜਾ ਪਾਣੀ ਰਿੜਕੂਗਾ ਉਹ ਖੱਪ ਖੱਪ ਕੇ ਹੀ ਮਰੂਗਾ, ਮੱਖਣ ਥੋੜਾ ਕੱਢ ਲਓ। ਬਾਣੀ ਦਾ ਪ੍ਰਮਾਣ ਯਾਦ ਰੱਖਿਓ ਜੀ, ਭਰਮੇ ਭੂਲਾ ਸਾਕਤ ਫਿਰਤਾ, ਨੀਰ ਬਰੋਲਾ ਖੱਪ ਖੱਪ ਮਰਤਾ। ਗੁਰੂ ਸਾਹਿਬ ਨੇ ਇੱਦਾਂ ਲਿਖਿਆ, ਮਰਦਾ ਖੱਪ ਖੱਪ ਕੇ ਸ਼ਰਧਾ ਦੇ ਨਾਂ ਤੇ। ਦੁਨੀਆ ਸ਼ਰਧਾ ਦੇ ਨਾਂ ਤੇ ਪਾਣੀ ਰਿੜਕ ਰਹੀ ਹੈ। ਪਾਣੀ ਤਾਂ ਤੇ ਪਾਣੀ ਨਾ ਰਿੜਕੋ, ਪਾਣੀ ਨਾ ਰਿੜਕੋ ਤਾਂ ਤੇ ਕੀ ਕਰੋ? ਦੁੱਧ ਰਿੜਕੋ। ਦੁੱਧ ਦਾ ਭਾਵ ਸ਼ਬਦ ਦੇ ਵਿੱਚ ਮਧਾਣੀ ਪਾਓ, ਭਾਵ ਸ਼ਬਦ ਦੀ ਵਿਚਾਰ ਕਰੋ। ਜਦੋਂ ਆਪਾਂ ਗੁਰਬਾਣੀ ਦੀ ਵਿਚਾਰ ਕਰਾਂਗੇ ਗਿਆਨ ਰੂਪੀ ਮੱਖਣ ਮਿਲਦਾ ਹੈ। ਇਸ ਕਰਕੇ ਭਾਈ ਆਪਣੇ ਪਿਓ ਦਾਦੇ ਦੇ ਖਜ਼ਾਨੇ ਨੂੰ ਖੋਲ੍ਹਿਆ ਕਰੋ, ਭਾਵ ਸ਼ਬਦ ਦੀ ਵਿਚਾਰ ਕਰਿਆ ਕਰੋ। ਸ਼ਬਦ ਦੀ ਵਿਚਾਰ ਕਰਨੀ ਦੁੱਧ ਰਿੜਕਣਾ ਹੈ, ਗਿਆਨ ਰੂਪੀ ਮੱਖਣ ਮਿਲਦਾ ਹੈ। ਤੇ ਵਹਿਮਾਂ ਭਰਮਾਂ ਦਾ ਜਿਹੜਾ ਹੈ ਇਹ ਤਾਂ ਪਾਣੀ ਰਿੜਕ ਕੇ ਮਰਨ ਵਾਲੀ ਗੱਲ ਹੈ। ਤਾਂ ਤੇ ਅਸੀਂ ਇਹ ਪਾਣੀ ਰਿੜਕ ਕੇ ਨਾ ਮਰੀਏ। ਸ਼ਰਧਾ ਦੀ ਗੱਲ ਨੂੰ ਯਾਦ ਰੱਖਿਓ, ਗੁਰੂ ਦੇ ਵਚਨ ਨੂੰ ਸੱਤ ਕਰਕੇ ਮੰਨੋ। ਸ਼ਰਧਾ ਹੋਣੀ ਚਾਹੀਦੀ ਹੈ ਗੁਰੂ ਗਿਆਨ ਤੇ, ਇਹ ਪੱਕਾ ਕਰ ਲਓ। ਤੇ ਗੁਰਦੁਆਰੇ ਨੂੰ ਸ਼ਨੀ ਮੰਦਰ ਨਾ ਬਣਾਓ। ਸ਼ਰਧਾ ਹਾਂ, ਜੇ ਬਾਣੀ ਤੇ ਸ਼ਰਧਾ ਨਹੀਂ ਤਾਂ ਕੋਈ ਵੀ ਸ਼ਨੀ ਮੰਦਰ ਵਿੱਚ ਜਾ ਸਕਦਾ ਜੇ ਕੋਈ ਗੁਰੂ ਨੂੰ ਨਹੀਂ ਮੰਨਣਾ ਚਾਹੁੰਦਾ, ਕਿਉਂਕਿ ਮਨੁੱਖ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ। ਜਿਹੜਾ ਗੁਰੂ ਦੇ ਗਿਆਨ ਨੂੰ ਨਹੀਂ ਮੰਨਦਾ ਉਹ ਇਹ ਨਾ ਕਹੇ ਸੀ ਗੁਰੂ ਦੇ ਸਿੱਖ ਹੈ, ਉਹ ਫਿਰ ਕਿਸੇ ਸ਼ਨੀ ਮੰਦਰ ਵਿੱਚ ਚਲਿਆ ਜਾਵੇ।
ਕੀ ਇਹ ਜੀ ਸ਼ਰਧਾ ਹੈ। ਹੁਣ ਇਹ ਲਫ਼ਜ਼ ਤਿੱਖੇ ਵੀ ਵਰਤਣੇ ਪੈਂਦੇ ਹੈ ਵੀ ਅੱਗ ਲੱਗੇ ਇਹ ਜੀ ਸ਼ਰਧਾ ਨੂੰ ਜਿਹੜੀ ਗੁਰੂ ਦੇ ਦਰ ਨੂੰ ਸ਼ਨੀ ਮੰਦਰ ਬਣਾਉਣ ਨੂੰ ਫਿਰਦੀ ਹੈ। ਬੋਲੋ ਸਤਨਾਮ। ਇੱਦਾਂ ਹੀ ਕਹਾਂਗੇ ਨਾ, ਉਹ ਗੁਰਦੁਆਰਿਆਂ 'ਚ ਨਹੀਂ ਚੜ੍ਹਦੀਆਂ ਮਹਾਂ ਦੀਆਂ ਦਾਲਾਂ, ਗੁਰਦੁਆਰਿਆਂ 'ਚ ਨਹੀਂ ਚੜ੍ਹਦੇ ਸਰੋਂ ਦੇ ਤੇਲ। ਤਾਂ ਤੇ ਦੁਬਾਰੇ ਯਾਦ ਰੱਖੋ, ਤਿੱਖਾਪਣ ਵਰਤਣਾ ਪੈਂਦਾ ਹੈ। ਗੁਰਦੁਆਰੇ ਨੂੰ ਸ਼ਨੀ ਮੰਦਰ ਨਹੀਂ ਅਸੀਂ ਬਣਨ ਦੇਣਾ। ਪ੍ਰਬੰਧਕ ਸੱਜਣ ਨੋਟ ਕਰ ਲਓ, ਗ੍ਰੰਥੀ ਵੀਰ ਨੋਟ ਕਰ ਲਓ, ਡਿਊਟੀਆਂ ਵਾਲੇ ਕੋਈ ਇਹ ਚੀਜ਼ਾਂ ਲੈ ਕੇ ਆਵੇ। ਪਹਿਲਾਂ ਤਾਂ ਮੰਨ ਲਓ ਕੋਈ ਮਾਤਾ ਭੈਣ ਲੈ ਕੇ ਆਈ, ਉਹਨੂੰ ਦੱਸੋ ਭੈਣ ਜੀ ਇਹ ਤੁਹਾਨੂੰ ਕਿਸੇ ਜੋਤਸ਼ੀ ਨੇ ਭਰਮ ਪਾਇਆ ਲੱਗਦਾ ਹੈ। ਭੈਣ ਮੇਰੀ ਇਹ ਜੋਤਸ਼ੀ ਕੋਲੇ ਜਾਣ ਦੀ ਗਲਤੀ ਕੀਤੀ ਹੈ, ਪਾਂਡੇ ਕੋਲੇ। ਇਹ ਪਾਂਡੇ ਨੇ ਤੈਨੂੰ ਭਰਮ ਪਾਇਆ ਲੱਗਦਾ ਹੈ। ਪਹਿਲਾਂ ਤਾਂ ਬਾਣੀ ਦਾ ਗਿਆਨ ਸਮਝਾਓ। ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਉ, ਵੀ ਗੁਰੂ ਜੀ ਨੇ ਨਿਵਰਤ ਕਰ ਦਿੱਤੇ ਭਰਮ। ਕੋਈ ਕਿਸੇ ਤੇ ਗ੍ਰਹਿ ਗੁਰੂ ਕੁਛ ਨਹੀਂ ਆਉਂਦਾ। ਇਸ ਕਰਕੇ ਜੇ ਕੋਈ ਗਿਆਨ ਨੂੰ ਨਹੀਂ ਮੰਨਣਾ ਚਾਹੁੰਦਾ ਫਿਰ ਪਿਆਰ ਨਾਲ ਕਹਿ ਸਕਦਾ ਹੈ, ਮਾਤਾ ਜੀ ਭੈਣ ਜੀ ਤੁਸੀਂ ਕਿਸੇ ਸ਼ਨੀ ਮੰਦਰ ਵਿੱਚ ਜਾ ਸਕਦੇ ਹੋ ਮਹਾਂ ਦੀ ਦਾਲ ਤੇ ਸਰੋਂ ਦਾ ਤੇਲ ਲੈ ਕੇ। ਜੋ ਕੋਈ ਭਾਈ ਹੈ ਵੀਰ ਜੀ ਜੇ ਨਹੀਂ ਗਿਆਨ ਨੂੰ ਮੰਨਦੇ, ਭਾਵ ਕਿ ਸੱਚ ਨਹੀਂ ਝਗੜਾ ਪਾਉਂਦਾ, ਝਗੜਾ ਤਾਂ ਝੂਠ ਪਾਉਂਦਾ ਹੈ। ਜਦੋਂ ਕੋਈ ਬਾਣੀ ਦੇ ਗਿਆਨ ਨੂੰ ਵੀ ਨਹੀਂ ਮੰਨਦਾ, ਕਹਿੰਦਾ ਮੈਂ ਗੁਰਦੁਆਰੇ ਝੂਠ ਵੀ ਫੈਲਾਉਣਾ ਹੈ। ਇਸ ਕਰਕੇ ਝਗੜਾ ਤਾਂ ਝੂਠ ਕਰਕੇ ਪੈਂਦਾ ਜੀ, ਸੱਚ ਕਰਕੇ ਝਗੜਾ ਨਹੀਂ ਪੈਂਦਾ। ਦੇਖੋ ਸੱਚ ਕੀ ਕਹਿ ਰਿਹਾ, ਯਾਦ ਰੱਖਿਓ ਬਾਣੀ ਦਾ ਗਿਆਨ ਵੀ ਜਾਂ ਤਾਂ ਗਿਆਨ ਮੰਨ ਲਓ, ਨਹੀਂ ਮੰਨਦੇ ਤਾਂ ਜਿੱਥੇ ਮਰਜੀ ਜਾਓ। ਗੁਰਦੁਆਰੇ ਪਖੰਡ ਨਾ ਫੈਲਾਓ, ਗੁਰਦੁਆਰੇ ਨੂੰ ਸ਼ਨੀ ਮੰਦਰ ਨਹੀਂ ਅਸੀਂ ਬਣਨ ਦੇਣਾ। ਦੁਬਾਰਾ ਕਹਿਣਾ ਪੈਂਦਾ, ਅੱਗ ਲੱਗੇ ਇਹ ਜੀ ਸ਼ਰਧਾ ਜਿਹੜੀ ਗੁਰੂ ਦੇ ਦਰ ਨੂੰ ਸ਼ਨੀ ਮੰਦਰ ਬਣਾਉਣ ਨੂੰ ਫਿਰਦੀ ਹੈ। ਇਹ ਸ਼ਰਧਾ ਨੂੰ ਛੱਡ ਦਿਓ ਤਾਂ ਤੇ ਗੁਰੂ ਦੇ ਗਿਆਨ ਨੂੰ ਸੱਤ ਕਰਕੇ ਮੰਨੋ। ਇਹ ਵਹਿਮ ਭਰਮ ਪਖੰਡ ਪਿਛਲੇ ਸਾਲ ਦੀ ਆਪਾਂ ਪੜ੍ਹਿਆ ਸੀ ਨਾ ਵੀ ਇਹ ਸਾਰਾ ਕੁਝ ਯਾਨੀ ਕਿ ਇੱਕ ਝੂਠ ਹੈ। ਬਾਣੀ 'ਚ ਸਪਸ਼ਟ ਲਿਖਿਆ ਵੀ ਜੋ ਦਿਨਾਂ ਦੇ ਭਰਮ ਵੀ ਪੈਂਚਕਾਂ ਚੜ੍ਹ ਗਈਆਂ ਜੀ, ਉੱਤਰ ਗਈਆਂ ਜੀ, ਗੰਡ ਮੂਲ ਹੋ ਗਿਆ ਜੀ, ਮੰਗਲੀਕ ਬਣ ਗਿਆ, ਇਦਾਂ ਦੇ ਭਰਮ ਵੀ ਪਾਉਂਦਾ ਹੈ। ਜਾਂ ਜੋਤ ਸਾਧਕ ਬਾਣੀ 'ਚ ਲਿਖਿਆ ਨਾ, ਗਣ ਜੋਤਕ ਕਾਂਢੀ ਕੀਨੀ ਪੜ੍ਹਿਆ ਸੁਣਾਵੇ ਤਤ ਨਾ ਚੀਨੀ। ਗੁਰੂ ਸਾਹਿਬ ਜੀ ਕਹਿੰਦੇ ਜਿਹੜੀ ਭਾਈ ਇਹਨੇ ਆਹ ਪੱਤਰੀ ਕੱਢ ਕੇ ਨਾ ਗਿਣਤੀ ਲਾ ਕੇ ਜੋਤ ਛਲਾ ਲਿਆ, ਗਣ ਜੋਤਕ ਕਾਂਢੀ ਕੀਨੀ ਪੜ੍ਹਿਆ ਸੁਣਾਵੇ, ਜੋ ਪੜ੍ਹ ਕੇ ਸੁਣਾ ਦਿੱਤਾ ਤਤ ਨਾ ਚੀਨੀ, ਕਹਿੰਦੇ ਨੇ ਅਸਲੀਅਤ ਨਹੀਂ ਜਾਣੀ। ਗੁਰਬਾਣੀ 'ਚ ਲਿਖਿਆ ਦੀ ਪੱਤਰੀ ਵਿੱਚ, ਇਹਦੀ ਗਿਣਤੀ ਵਿੱਚ, ਇਹਦੇ ਜੋਤਿਸ਼ ਵਿੱਚ ਕੋਈ ਸੱਚ ਨਹੀਂ ਲਿਖਿਆ ਤਾਂ ਮੈਨੂੰ ਹੁਣੇ ਦੱਸ ਦਿਓ। ਜੇ ਕੋਈ ਨਹੀਂ ਮੰਨਣਾ ਚਾਹੁੰਦਾ ਗਿਆਨ ਨੂੰ, ਵਾਰੀ ਕਹਿੰਦੇ ਹਾਂ, ਫਿਰ ਜਿੱਥੇ ਮਰਜੀ ਜਾਵੇ। ਗੁਰਬਾਣੀ ਵਿੱਚ ਸਪਸ਼ਟ ਲਿਖਿਆ ਹੈ ਦਿਨਾਂ ਦਾ ਭਰਮ ਹੈ ਜਿਹੜਾ, ਦਿਨਾਂ ਨੂੰ ਮੰਨਣ ਵਾਲੇ ਮੂਰਖ ਤੇ ਪਾਗਲ ਹੁੰਦੇ ਹੈ। ਨਵੇਂ ਸਰੋਤਿਆਂ ਨੂੰ ਦੱਸ ਦੇਵਾਂ ਜੀ, ਕਿਤੇ ਜਿਹੜੇ ਨਵੇਂ ਸਰੋਤੇ ਕਈ ਵਾਰ ਹੁੰਦੇ ਨਾ, ਪਹਿਲਾਂ ਨਹੀਂ ਸੁਣਿਆ ਹੁੰਦਾ ਵੀ ਗਿਆਨ ਦੇ ਥੌੜੇ ਪੈਂਦੇ ਨੇ, ਰੁੱਖਾ ਪੜਨਾ ਕਿਤੇ ਕਹਿ ਲਿਓ। ਗੁਰਬਾਣੀ ਦਾ ਗਿਆਨ ਹੈ ਜੋ ਗਿਆਨ ਥੌੜੇ ਮਾਰ ਕੇ ਸਾਡੇ ਜੀਵਨ ਦੇ ਵਿੱਚੋਂ ਬੁਰਾਈਆਂ ਨੂੰ ਝਾੜਦਾ ਹੈ। ਇਸ ਕਰਕੇ ਬਾਣੀ 'ਚ ਲਿਖ ਦਿੱਤਾ, ਸਤਿਗੁਰ ਬਾਝੋਂ ਅੰਧ ਗੁਬਾਰ ਥਿੱਤੀ ਵਾਰ ਸੇਵਹਿ ਮੁਗਧ ਗਾਵਾਰ। ਗੁਰਬਾਣੀ 'ਚ ਕੀ ਲਿਖਿਆ, ਥਿੱਤਾਂ ਤੇ ਵਾਰਾਂ ਨੂੰ ਮੰਨਣ ਵਾਲੇ ਮੂਰਖ ਤੇ ਪਾਗਲ ਹੁੰਦੇ ਹੈ। ਪਾਗਲ ਹੁੰਦੇ ਨੇ ਉਹ ਲੋਕ ਜਿਹੜੇ ਕਹਿੰਦੇ ਦਿਨ ਮਾੜਾ ਜਿਹੇ। ਇਹ ਪਾਂਡੇ ਦੀ ਕਾਢ ਹੈ, ਪਾਂਡਾ ਰੱਬ ਦਾ ਨਿੰਦਕ ਹੈ। ਜਦੋਂ ਕਿਸੇ ਦਿਨ ਨੂੰ ਮਾੜਾ ਕਹਿ ਦਿੱਤਾ, ਇਹ ਰੱਬ ਜੀ ਦੀ ਨਿੰਦਾ ਹੋ ਗਈ ਵੀ ਦਿਨ ਮਾੜਾ ਬਣਾਤਾ ਰੱਬ ਨੇ ਨਹੀਂ ਦਿਨ ਮਾੜਾ ਬਣਾਇਆ, ਮਾੜੇ ਦਿਨਾਂ ਦੀ ਕਾਢ ਪਾਂਡੇ ਨੇ ਕੱਢੀ ਹੈ। ਉਹ ਕਹਿੰਦਾ ਕੋਈ ਕੰਮ ਕਰਨਾ ਮੇਰੇ ਕੋਲੇ ਆਉਣਾ ਪਊਗਾ, ਮੈਨੂੰ ਦਸ਼ਣਾ ਦੇਣੀ ਪਊਗੀ, ਮੈਂ ਦੱਸੂ ਤੁਹਾਨੂੰ ਦਿਨ ਕਿਹੜਾ ਚੰਗਾ। ਜਦ ਕਿ ਸੱਚ ਕੀ ਹੈ ਕਿ ਦਿਨ ਸਾਰੇ ਚੰਗੇ ਹੁੰਦੇ ਆ। ਹੋਰ ਪ੍ਰਮਾਣ ਪੜ੍ਹ ਲਓ, ਗੁਰੂ ਨਾਨਕ ਬਾਬਾ ਜੀ ਕਹਿੰਦੇ ਬੇਦਸ ਮਾਹ ਰੁੱਤੀ ਥਿੱਤੀ ਬਾਰ ਭਲੇ। ਬੇਦਸ ਦਾ ਅਰਥ ਹੁੰਦਾ 2 ਤੇ 10 12 ਮਹੀਨੇ, ਸਾਰੀਆਂ ਰੁੱਤਾਂ, ਸਾਰੀਆਂ ਥਿੱਤਾਂ, ਸਾਰੇ ਦਿਨ ਚੰਗੇ ਹੀ ਹੁੰਦੇ ਹੈ। ਇੱਕ ਪ੍ਰਮਾਣ ਨਾ ਭੁੱਲ ਜਿਓ। ਤੇ ਜਿਹੜੇ ਥਿੱਤਾਂ ਵਾਰਾਂ ਨੂੰ ਮੰਨਦੇ ਹੈ ਵੀ ਪੈਂਚਕਾਂ ਹੁੰਦੀਆਂ ਜੀ, ਗੰਡ ਮੂਲ ਹੁੰਦਾ ਜੀ, ਮੰਗਲੀਕ ਹੁੰਦਾ, ਗੁਰੂ ਸਾਹਿਬ ਜੀ ਕਹਿੰਦੇ ਪਾਗਲ ਹੁੰਦੇ ਨੇ। ਮੂਰਖਾਂ ਤੇ ਪਾਗਲਾਂ ਦਾ ਕੰਮ ਹੈ ਥਿੱਤਾਂ ਵਾਰਾਂ ਦਾ ਵਹਿਮ ਕਰਨਾ। ਇਸ ਕਰਕੇ ਸੱਚ ਦੇ ਗਿਆਨ ਨਾਲ ਜੁੜੋ, ਪਾਂਡਾਵਾਦ ਦੇ ਝੂਠ ਚੋਂ ਬਾਹਰ ਨਿਕਲ ਜਾਓ। ਪੜ੍ਹਿਆ ਸੀ ਨਾ ਪਿਛਲੇ ਦਵਾਰਾਂ 'ਚ ਆਪਾਂ, ਸਪਸ਼ਟ ਲਿਖਿਆ ਹੋਇਆ ਬਾਣੀ ਵਿੱਚ ਵੀ ਇਹ ਪਾਂਡੇ ਦਾ ਝੂਠ ਹੈ। ਪ੍ਰਮਾਣ ਮਾਤਰ ਫਿਰ ਪੜ੍ਹ ਲਓ। ਝੂਠ ਨਾ ਬੋਲ ਪਾਂਡੇ ਸੱਚ ਕਹੀਐ, ਝੂਠ ਨਾ ਬੋਲ ਪਾਂਡੇ ਸੱਚ ਕਹੀਐ। ਹਉ ਮੈਂ ਜਾਏ ਸ਼ਬਦ ਕਰ
ਕਰਕੇ ਦੇਖੋ ਬਾਣੀ ਵਿੱਚ ਕਿੰਨਾ ਸਪਸ਼ਟ ਲਿਖਿਆ ਹੋਇਆ ਹੈ, ਝੂਠ ਨਾ ਬੋਲ ਪਾਂਡੇ, ਸੱਚ ਕਹੀਐ। ਪਾਂਡੇ ਤੂੰ ਝੂਠ ਨਾ ਬੋਲਿਆ ਕਰ। ਲੋਕਾਂ ਨੂੰ ਮੈਂ ਵਹਿਮ ਭਰਮ ਦੇ ਵਿੱਚ ਪਾ ਕੇ ਲੁੱਟਣਾ ਠੀਕ ਨਹੀਂ ਹੁੰਦਾ, ਇਹ ਝੂਠ ਹੈ। ਇਸ ਕਰਕੇ ਇਹਨਾਂ ਨੁਕਤਿਆਂ ਨੂੰ ਅਸੀਂ ਗੁਰਬਾਣੀ ਦੇ ਆਧਾਰ ਤੇ ਸਮਝਣ ਦੀ ਕੋਸ਼ਿਸ਼ ਕਰੀਏ, ਤੇ ਜੇ ਕੋਈ ਸੱਚ ਨੂੰ ਮੰਨ ਲਵੇ ਤਾਂ ਸੱਚ ਨੂੰ ਮੰਨਣ ਦੇ ਵਿੱਚ ਭਲਾ ਹੈ। ਇਹ ਫੇਰ ਨਾ ਭੁੱਲ ਜਾਏ ਵੀ ਦੁਹਰਾ ਦੇਵਾਂ, ਸੱਚ ਸਰਬ ਸਾਂਝਾ ਹੁੰਦਾ, ਸੱਚ ਯੂਨੀਵਰਸਲ ਹੁੰਦਾ, ਸੱਚ ਵਿਸ਼ਵ ਵਿਆਪੀ ਹੁੰਦਾ, ਸੱਚ ਬ੍ਰਹਿਮੰਡੀ ਹੁੰਦਾ। ਸੱਚ ਨੂੰ ਜਾਤਾਂ ਗੋਤਾਂ ਵਰਨਾਂ ਮਜ਼੍ਹਬਾਂ ਦੇਸਾਂ ਨਸਲਾਂ ਦੇ ਵਿੱਚ ਵੰਡਿਆ ਨਹੀਂ ਜਾ ਸਕਦਾ, ਸੱਚ ਅਣਵੰਡਿਆ ਹੁੰਦਾ। ਇਸ ਕਰਕੇ ਸੱਚ ਨੂੰ ਮੰਨਣ ਦੇ ਵਿੱਚ ਭਲਾ, ਫੇਰ ਨਾ ਭੁੱਲ ਜਾਓ ਕਿਤੇ ਭਲਾ। ਪਾਂਡਾ ਕਿਹੜਾ ਪੁਜਾਰੀ ਪਿਛਲੀ ਹਾਰੀ ਦੱਸਿਆ ਸੀ, ਸਾਡਾ ਕਿਸੇ ਵਿਅਕਤੀ ਜਾਂ ਬਰਾਦਰੀ ਨਾਲ ਵਿਰੋਧ ਨਹੀਂ। 11 ਭੱਟ ਸਾਹਿਬਾਨ ਜਿਨ੍ਹਾਂ ਨੂੰ ਸੱਚ ਸਮਝ ਆ ਗਿਆ, ਜਨਮ ਬ੍ਰਾਹਮਣਾਂ ਦੇ ਘਰ ਦਾ ਹੀ ਹੈ, ਜਾਤੀਵਾਦ ਦੇ ਪਿੰਜਰਿਆਂ ਤੋਂ ਉੱਪਰ ਉੱਠ ਗਏ ਤੇ ਗੁਰੂ ਸਾਹਿਬ ਦੇ ਨਾਲ ਹੀ ਬੈਠੇ ਨੇ। ਇਸ ਕਰਕੇ ਅਸੀਂ ਜਾਣੀ ਕਿ ਪੁਜਾਰੀਵਾਦ ਹੈ ਜੋ ਪਾਂਡਾਵਾਦ ਦਾ, ਜਾਣੀ ਕਿ ਆਪਾਂ ਕਹਿ ਲਓ ਜਾਲ ਹੈ ਵਹਿਮਾਂ ਭਰਮਾਂ ਦਾ, ਇਹ ਜਾਲ ਦੇ ਵਿੱਚੋਂ ਨਿਕਲ ਜਾਈਏ, ਫਿਰ ਕਦੇ ਵੀ ਡੋਲਾਂਗੇ ਨਹੀਂ। ਇਸ ਕਰਕੇ ਗੱਲ ਚੱਲ ਰਹੀ ਸੀ, ਤੂੰ ਕਾਹੇ ਡੋਲੇ ਪ੍ਰਾਣੀਆਂ, ਸ਼ਬਦ ਦੀ ਉਸੇ ਪੰਕਤੀ ਤੇ ਆਜੋ ਦੁਬਾਰਾ। ਡੋਲਦੇ ਕਿਉਂ ਹਾਂ? ਕਿਉਂਕਿ ਅਸੀਂ ਵਹਿਮਾਂ ਭਰਮਾਂ ਨੂੰ ਮੰਨ ਰਹੇ ਹਾਂ, ਅਸੀਂ ਭਰਮ ਪਾਉਣ ਵਾਲਿਆਂ ਕੋਲ ਜਾਂਦੇ ਹਾਂ। ਹੁਣ ਗੁਰਬਾਣੀ ਦਾ ਗਿਆਨ ਸਾਡੇ ਭਰਮ ਕੱਟਦਾ, ਅਸੀਂ ਗੁਰਬਾਣੀ ਦਾ ਗਿਆਨ ਸੁਣਨ ਵਾਸਤੇ ਕਈ ਵਾਰੀ ਤਿਆਰ ਨਹੀਂ ਹੁੰਦੇ। ਬਹੁਤੀ ਦੁਨੀਆ ਇਦਾਂ ਦੀ ਹੈ, ਗੁਰੂ ਦੀ ਸੱਚੀ ਗੱਲ ਨਹੀਂ ਮੰਨਦੇ, ਪਖੰਡੀ ਦੀ ਝੂਠੀ ਗੱਲ ਮੰਨ ਲੈਂਦੇ ਆ। ਇਸ ਕਰਕੇ ਜਦੋਂ ਸੱਚ ਨੂੰ ਅਸੀਂ ਮੰਨਾਂਗੇ ਤਾਂ ਸਾਡੇ ਵਹਿਮ ਭਰਮ ਕੱਟੇ ਜਾਣੇ ਆ, ਸੱਚ ਨੇ ਸਾਡਾ ਮਨ ਮਜ਼ਬੂਤ ਕਰ ਦੇਣਾ, ਫਿਰ ਸਾਡੇ ਜੀਵਨ ਵਿੱਚੋਂ ਡਿੱਗਣ ਡੋਲਾ ਜਿਹੜਾ ਖਤਮ ਹੋ ਜਾਣਾ ਹੈ। ਸਾਡੇ ਜੀਵਨ ਦੇ ਵਿੱਚ ਇੱਕ ਆਤਮ ਵਿਸ਼ਵਾਸ ਆ ਜਾਣਾ, ਇੱਕ ਕੌਨਫੀਡੈਂਸ ਆ ਜਾਣਾ, ਇੱਕ ਨਿਸ਼ਚਾ ਦ੍ਰਿੜਤਾ ਪਰਪੱਕਤਾ ਬਣ ਜਾਣੀ ਹੈ, ਤੇ ਸਾਨੂੰ ਦ੍ਰਿੜ ਹੋ ਜਾਣਾ ਵੀ ਇੱਕੋ ਹੀ ਮਾਲਕ ਹੈ ਜੋ ਰੱਖਣ ਵਾਲਾ ਹੈ। ਤੂੰ ਕਾਹੇ ਡੋਲਹਿ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ, ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਜਿਸ ਪ੍ਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ ਉਹੀ ਤੈਨੂੰ ਆਸਰਾ ਦੇਣ ਵਾਲਾ। ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਸ਼ਬਦ ਦਾ ਅਗਲਾ ਬੰਦ ਹੈ, ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ। ਜਿਸ ਪ੍ਰਮਾਤਮਾ ਜੀ ਨੇ ਧਰਤੀ ਪੈਦਾ ਕੀਤੀ ਹੈ, ਭਾਵ ਧਰਤੀ ਤੇ ਜੀਵਨ ਪੈਦਾ ਕੀਤਾ ਹੈ, ਉਹੀ ਇਹਦੀ ਸਾਰ ਸੰਭਾਲ ਕਰਨ ਵਾਲਾ ਹੈ, ਸੋਈ ਕਰਦਾ ਸਾਰ। ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਉਹ ਮਾਲਕ, ਉਹ ਘਟ ਘਟ ਦਾ ਮਾਲਕ ਹੈ। ਘਟ ਘਟ ਮੈਂ ਹਰਜੂ ਬਸਾ ਸੰਤਨ ਕਹਿਓ ਪੁਕਾਰ। ਘਟ ਘਟ ਮਾਲਕ ਦਿਲਾਂ ਕਾ ਸੱਚਾ ਦਾ ਅਰਥ ਹੈ ਉਹ ਸਦਾ ਰਹਿਣ ਵਾਲਾ ਹੈ। ਇਹਦੀ ਥੋੜੀ ਵਿਆਖਿਆ ਕਰ ਲਓ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਪਰਮਾਤਮਾ ਉਦੋਂ ਵੀ ਸੱਚ ਹੈ ਜਦੋਂ ਆਦ ਅਵਸਥਾ ਹੈ। ਆਦ ਅਵਸਥਾ ਕਿਹੜੀ ਹੈ? ਨ ਅਰਬਦ ਨਰਬਦ ਧੁੰਦੂਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁਣ ਸਮਾਦ ਲਗਾਏਂਦਾ। ਇਹ ਆਦ ਅਵਸਥਾ ਹੈ ਜਦੋਂ ਕੁਝ ਵੀ ਨਹੀਂ, ਜਦੋਂ ਸਮੇਂ ਦੀ ਵੀ ਅਣਹੋਂਦ ਹੈ, ਟਾਈਮਲੈਸਨੈਸ। ਉਦੋਂ ਵੀ ਪਰਮਾਤਮਾ ਆਪਣੀ ਸੁਣ ਸਮਾਧੀ ਵਿੱਚ ਅਸਥਿਤ ਹੈ। ਭਾਵ ਸਮੇਂ ਤੋਂ ਵੀ ਪਹਿਲਾਂ, ਜਦੋਂ ਸਮੇਂ ਦੀ ਹੋਂਦ ਹੈ ਨਹੀਂ, ਦਿਨ ਰਾਤ ਹੈ ਨਹੀਂ, ਸੂਰਜ ਚੰਦ ਹੈ ਨਹੀਂ, ਉਦੋਂ ਵੀ ਪਰਮਾਤਮਾ ਹੈ। ਜੁਗਾਦ ਸੱਚ, ਜਦੋਂ ਆਪਣੇ ਆਪ 'ਚੋਂ ਪਰਮਾਤਮਾ ਜੀ ਨੇ ਰਚਨਾ ਕੀਤੀ, ਬੀਤੇ ਦੇ ਵਿੱਚ ਯੁੱਗਾਂ ਦਾ ਆਰੰਭ ਸ਼ੁਰੂ ਹੋਇਆ, ਉਦੋਂ ਵੀ ਸੱਚ ਹੈ। ਜੁਗਾਦ ਸੱਚ ਹੈ ਵੀ ਸੱਚ, ਹੁਣ ਵੀ ਸਾਰੇ ਹਾਜ਼ਰ ਨਾਜ਼ਰ ਹੈ ਵੀ ਸੱਚ ਹੈ ਦਾ ਭਾਵ ਵਰਤਮਾਨ ਸਮਾਂ। ਨਾਨਕ ਹੋਸੀ ਵੀ ਸੱਚ। ਗੁਰੂ ਨਾਨਕ ਬਾਬਾ ਜੀ ਕਹਿੰਦੇ ਜਦੋਂ ਰਚਨਾ ਨੂੰ ਸਮੇਟ ਲਿਆ ਉਦੋਂ ਵੀ ਸੱਚ ਹੋਵੇਗਾ। ਇਸ ਕਰਕੇ ਉਸ ਸੱਚੇ ਮਾਲਕ ਨਾਲ ਜੁੜ ਜੋ ਸਦਾ ਹੈ, ਪਰਵਤਗਾਰ ਜੋ ਸਾਰਿਆਂ ਦੀ ਪਰਤ ਪਾਲਣਾ ਕਰਨ ਵਾਲਾ ਹੈ, ਜੋ ਸਭ ਦੀ ਪਰਵਰਿਸ਼ ਕਰਨ ਵਾਲਾ ਹੈ। ਤਾਂ ਤੇ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਤਗਾਰ। ਕੁਦਰਤ ਕੀਮਣਾ ਜਾਣੀਐ ਵੱਡਾ ਬੇਪਰਵਾਹ। ਪਰਮਾਤਮਾ ਜੀ ਦੀ ਕੁਦਰਤ ਦੀ ਕੀਮਤ ਨਹੀਂ ਜਾਣੀ ਜਾ ਸਕਦੀ। ਉਸ ਮਾਲਕ ਨੇ ਕਿੰਨੀ ਰਚਨਾ ਰਚੀ ਹੈ, ਰਚਨਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਰਚਨਹਾਰ ਦਾ ਅੰਤ ਤਾਂ ਕਿਹਨੇ ਪਾਇਆ ਹੈ? ਰਚਨਾ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਰਚਨਾ ਦਾ ਵੀ ਅੰਤ ਪਾਰਾਵਾਰ ਉਰਲਾ ਪਰਲਾ ਕੰਡਾ ਕੋਈ ਨਹੀਂ। ਨਾ ਤਾਂ ਫੰਡਾਮੈਂਟਲ ਪਾਰਟੀਕਲ ਲੱਭਣਾ ਕਦੇ ਵੀ ਕਿਹੜੇ ਕਣ ਤੋਂ ਰਚਨਾ ਸ਼ੁਰੂ ਹੁੰਦੀ ਹੈ, ਉਰਲਾ ਕੰਡਾ ਕਹਿ ਲਓ, ਤੇ ਪਰਲਾ ਕੰਡਾ ਤਾਂ ਕਿੱਥੇ ਲੱਭਣਾ? ਇੱਕ ਸੂਰਜ ਮੰਡਲ ਸਾਇੰਸ ਪਾਰ ਨਹੀਂ ਕਰ ਸਕਦੀ। ਇੱਕ ਗਲੈਕਸੀ ਵਿੱਚ ਹੀ ਪਤਾ ਨਹੀਂ ਕਿੰਨੇ ਸੂਰਜ ਆ ਰਹੇ ਆ, ਗਲੈਕਸੀ ਪਿੱਛੇ ਹੋਰ ਗਲੈਕਸੀ, ਗਲੈਕਸੀ ਪਿੱਛੇ ਹੋਰ ਗਲੈਕਸੀ, ਗਲੈਕਸੀਆਂ ਦਾ ਅੰਤ ਨਹੀਂ, ਤੇ ਰਚਨਾ ਦਾ ਅੰਤ ਤਾਂ ਕਿਹਨੇ ਪਾਇਆ? ਇਸ ਕਰਕੇ ਕੁਦਰਤ ਕੀਮਣਾ ਜਾਣੀਏ ਵੱਡਾ ਬੇਪਰਵਾਹ। ਉਹ ਵੱਡਾ ਪਰਮਾਤਮਾ ਬੇਪਰਵਾਹ ਹੈ।
ਭਾਵ ਕਿ ਇੰਨੇ ਪਸਾਰੇ ਦਾ ਮਾਲਕ ਉਹ ਕਿਤੇ ਖਚਤ ਨਹੀਂ ਹੋ ਗਿਆ। ਕਿਤੇ ਸਮਝਦੇ ਹੋ ਤੁਸੀਂ ਵੀ ਇੰਨਾ ਪਸਾਰਾ ਰਚ ਕੇ ਤਾਂ ਪਰਮਾਤਮਾ ਬਿਜੀ ਬਹੁਤ ਹੋ ਗਿਆ ਹੋਊਗਾ, ਬਹੁਤ ਉਲਝ ਗਿਆ ਹੋਣਾ। ਨਹੀਂ ਜੀ, ਇਹ ਪਰਮਾਤਮਾ ਬਿਜੀ ਨਹੀਂ ਹੋਇਆ, ਉਹ ਬੇਪਰਵਾਹ ਹੈ। ਭਾਵ ਕਿ ਸਭ ਕੁਝ ਉਹਦੇ ਰੱਬੀ ਕਾਨੂੰਨ ਵਿੱਚ, ਕੌਸਮਿਕ ਲਾ ਦੇ ਵਿੱਚ ਆਟੋਮੈਟਿਕਲੀ ਆਪਣੇ ਆਪ ਸਾਰਾ ਕੁਝ ਠੀਕ ਹੋ ਰਿਹਾ ਹੈ, ਸਾਰਾ ਕੁਝ ਆਪਣੇ ਆਪ ਹੀ ਚੱਲ ਰਿਹਾ ਹੈ ਉਹਦੇ ਰੱਬੀ ਕਾਨੂੰਨ ਦੇ ਵਿੱਚ, ਯਾਦ ਰੱਖਿਓ। ਇਸ ਕਰਕੇ ਇੰਨੇ ਪਸਾਰੇ ਦਾ ਮਾਲਕ ਪਰਮਾਤਮਾ ਵੀ ਬੇਪਰਵਾਹ ਹੈ। ਕੁਦਰਤ ਕੀਮਣਾ ਜਾਣੀਐ ਵੱਡਾ ਬੇਪਰਵਾਹ, ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮਹਿ ਸਾਹ। ਬੰਦਿਆ ਤੂੰ ਬੰਦਗੀ ਕਰ ਜਿੰਨੀ ਦੇਰ ਤੇਰੇ ਸਰੀਰ ਰੂਪੀ ਘਟ ਦੇ ਵਿੱਚ ਸਾਹ ਹੈ। ਬੰਦਿਆਂ ਦਾ ਭਾਵ ਇਸਤਰੀ ਪੁਰਸ਼ ਕੋਈ ਹੈ, ਮਾਨਸ ਦੇਹੀ ਨੂੰ ਸੰਬੋਧਨ ਕੀਤਾ ਹੈ। ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹ, ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ। ਮਾਲਕ ਜੀ ਤੁਸੀਂ ਸਮਰੱਥ ਭਾਵ ਸਰਬ ਸ਼ਕਤੀਮਾਨ ਹੋ, ਸੁਪਰੀਮ ਪਾਵਰ ਹੋ, ਮਹਾਸ਼ਕਤੀ ਹੋ। ਤੂੰ ਸਮਰੱਥ ਅਕਥ, ਤੁਹਾਨੂੰ ਪੂਰਾ ਬਿਆਨ ਨਹੀਂ ਕੀਤਾ ਜਾ ਸਕਦਾ। ਅਗੋਚਰ, ਤੁਸੀਂ ਗਿਆਨ ਇੰਦਰੀਆਂ ਦੀ ਪਕੜ ਵਿੱਚ ਨਹੀਂ ਆਉਂਦੇ। ਜੀਓ ਪਿੰਡ ਤੇਰੀ ਰਾਸ, ਇਹ ਜਿੰਦ ਇਹ ਸਰੀਰ ਤੇਰੀ ਹੀ ਪੂੰਜੀ ਹੈ। ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਤੇਰੀ ਰਹਿਮਤ ਦੇ ਨਾਲ, ਤੇਰੀ ਕਿਰਪਾ ਦੇ ਨਾਲ ਹੀ ਸਦਾ ਰਹਿਣ ਵਾਲਾ ਆਤਮਿਕ ਸੁਖ ਪਾਇਆ ਹੈ। ਰਹਿਮ ਤੇਰੀ ਸੁਖ ਪਾਇਆ ਸਦਾ, ਕਿਹੜਾ ਸੁਖ? ਜਿਹੜਾ ਸੁਖ ਸਦਾ ਹੀ ਰਹਿੰਦਾ ਹੈ। ਨਾਨਕ ਕੀ ਅਰਦਾਸ, ਨਾਨਕ ਦੀ ਮਾਲਕ ਪ੍ਰਮਾਤਮਾ ਜੀ ਅੱਗੇ ਹੀ ਅਰਦਾਸ ਹੈ। ਭਾਵ ਕਿ ਗੁਰੂ ਬਾਬਾ ਜੀ ਆਪਾਂ ਨੂੰ ਹੀ ਸਿਖਾ ਰਹੇ ਹਨ ਕਿ ਉਸ ਮਾਲਕ ਅੱਗੇ ਹੀ ਅਰਦਾਸ ਕਰਨੀ ਹੈ, ਉਸ ਮਾਲਕ ਨਾਲ ਹੀ ਜੁੜਨਾ ਹੈ। ਜਿਹੜਾ ਜੁੜ ਜਾਂਦਾ ਫਿਰ ਮਾਲਕ ਦਾ ਬਿਰਦ ਕੈਸਾ ਹੈ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ। ਇਹ ਪੜ੍ਹ ਲਓ। ਔਖੀ ਘੜੀ ਨਾ ਦੇਖਣ ਦੇ,
ਇਹ ਹੈ ਬਖਸ਼ਿਸ਼। ਜੇ ਅਸੀਂ ਇੱਕ ਪ੍ਰਮਾਤਮਾ ਤੇ ਟੇਕ ਰੱਖ ਲਈਏ ਤਾਂ ਗੁਰੂ ਜੀ ਫਰਮਾਨ ਕਰ ਰਹੇ ਹਨ, ਧਨਾਸਰੀ ਮਹਿਲਾ ਪੰਜਵਾਂ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ। ਪਰਮਾਤਮਾ ਜੀ ਆਪਣਾ ਮੁੱਢ ਕਦੀਮੀ ਸੁਭਾਅ ਸਦਾ ਹੀ ਚੇਤੇ ਰੱਖਦਾ ਹੈ। ਬਿਰਦ ਦਾ ਅਰਥ ਹੁੰਦਾ ਹੈ ਜੋ ਪਰਮਾਤਮਾ ਜੀ ਦਾ ਮੁੱਢ ਤੋਂ ਲੈ ਕੇ ਸੁਭਾਅ ਹੈ, ਤੇ ਪਰਮਾਤਮਾ ਕਦੇ ਵੀ ਆਪਣਾ ਸੁਭਾਅ ਬਦਲਦਾ ਨਹੀਂ। ਤੇ ਪਰਮਾਤਮਾ ਦਾ ਬਿਰਦ ਕੀ ਹੈ ਫਿਰ ਇਹ ਵੀ ਬਾਣੀ ਚੋਂ ਸਮਝ ਲਓ, ਜੋ ਸ਼ਰਨ ਆਵੈ ਤੇ ਸਕੰਠ ਲਾਵੈ, ਇਹ ਬਿਰਦ ਸੁਆਮੀ ਸੰਦਾ। ਸੰਦਾ ਦਾ ਅਰਥ ਹੁੰਦਾ ਦਾ। ਇਹ ਪਰਮਾਤਮਾ ਜੀ ਦਾ ਸ਼ੁਰੂ ਤੋਂ ਲੈ ਕੇ ਹੀ ਬਿਰਦ ਹੈ ਕਿ ਜੋ ਸ਼ਰਨ ਆਵੈ। ਸ਼ਰਨ ਦਾ ਅਰਥ ਕੀ ਹੁੰਦਾ? ਸਮਰਪਣ, ਸਰੈਂਡਰ। ਵੀ ਜਿਹਨੇ ਆਪਣਾ ਆਪ ਮਾਲਕ ਨੂੰ ਸੌਂਪ ਦਿੱਤਾ ਵੀ ਬਸ ਮਾਲਕ ਜੀ ਤੁਹਾਡੇ ਬਿਨਾਂ ਮੇਰਾ ਹੋਰ ਕੋਈ ਨਹੀਂ, ਕਿਸੇ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੋਂ, ਇਹਨੂੰ ਕਹਿੰਦੇ ਸ਼ਰਨ ਪੈਣਾ। ਜੋ ਸ਼ਰਨ ਆਵੈ ਤੇ ਸਕੰਠ ਲਾਵੈ, ਜਿਹੜਾ ਵੀ ਪਰਮਾਤਮਾ ਦੀ ਸ਼ਰਨ ਪੈ ਜਾਂਦਾ, ਜੋ ਦਾ ਭਾਵ ਜੋ ਵੀ ਮਨੁੱਖ ਮਾਤਰ, ਜੋ ਵੀ ਇਸਤਰੀ ਪੁਰਸ਼ ਕੋਈ ਹੈ, ਜੋ ਸ਼ਰਨ ਆਵੈ ਤੇ ਸਕੰਠ ਲਾਵੈ, ਜੋ ਮਾਲਕ ਦੀ ਸ਼ਰਨ ਆ ਜਾਂਦਾ ਪਰਮਾਤਮਾ ਉਹਨੂੰ ਆਪਣੇ ਗਲ ਲਾਉਂਦਾ, ਆਪਣੀ ਰੂਹਾਨੀ ਗੋਦ ਵਿੱਚ ਲੈਂਦਾ। ਇਹ ਬਿਰਦ ਸੁਆਮੀ ਸੰਦਾ, ਇਹ ਪਰਮਾਤਮਾ ਦਾ ਮੁੱਢ ਤੋਂ ਲੈ ਕੇ ਸੁਭਾਅ ਹੈ, ਸ਼ੁਰੂ ਤੋਂ ਲੈ ਕੇ ਪਰਮਾਤਮਾ ਦਾ ਸੁਭਾਅ ਹੈ। ਇਸ ਕਰਕੇ ਔਖੀ ਘੜੀ ਨਾ ਦੇਖਣ ਦੇ ਹੀ ਆਪਣਾ ਬਿਰਦ ਸੰਭਾਲੇ। ਪਰਮਾਤਮਾ ਆਪਣਾ ਮੁੱਢ ਕਦੀਮੀ ਸੁਭਾਅ ਸਦਾ ਹੀ ਯਾਦ ਰੱਖਦਾ ਹੈ। ਜਿਹੜਾ ਵੀ ਪਰਮਾਤਮਾ ਨਾਲ ਜੁੜ ਜਾਂਦਾ ਹੈ ਉਹ ਤੇ ਔਖੀ ਘੜੀ ਮਾਲਕ ਆਉਣੀ ਨਹੀਂ ਦਿੰਦਾ। ਔਖੀ ਘੜੀ ਨਾ ਦੇਖਣ ਦੇ ਹੀ ਪਾਠ ਕਰਨਾ, ਇਹ ਦੇ ਹੀ ਪਾਠ ਨਹੀਂ ਕਰਨਾ। ਭੈਣ ਭਰਾ ਨੋਟ ਕਰ ਲਓ ਜਿਹੜੇ ਬਾਣੀ ਪੜ੍ਹਦੇ ਆ, ਦੇ ਹੀ ਨਹੀਂ, ਇਹ ਦੇ ਹੀ ਦਾ ਭਾਵ ਵੀ ਫੈਸਲਾ ਦਿੱਤਾ ਹੈ ਵੀ ਔਖੀ ਘੜੀ ਆਉਣ ਦਿੰਦਾ ਹੀ ਨਹੀਂ। ਔਖੀ ਘੜੀ ਨਾ ਦੇਖਣ ਦੇ ਹੀ ਆਪਣਾ ਬਿਰਦ ਸੰਭਾਲੇ। ਹਾਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਉਹ ਆਪਣੇ ਨੂੰ ਆਪਣਾ ਬਖਸ਼ਿਸ਼ ਦਾ ਹੱਥ ਦੇ ਕੇ ਰੱਖਦਾ ਹੈ। ਹੱਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਉਹ ਆਪਣੇ ਪਿਆਰਿਆਂ ਦੀ ਸਵਾਸ ਸਵਾਸ ਪ੍ਰਤਪਾਲਣਾ ਕਰਦਾ ਹੈ, ਰੱਖਿਆ ਕਰਦਾ ਹੈ। ਪਿਛਲੀ ਹਾਜ਼ਰੀ ਵੀ ਦੱਸਿਆ ਸੀ, ਫਿਰ ਰਿਪੀਟ ਕਰ ਜਾਵਾਂ। ਮਤੀ ਦਾਸ ਆਰੇ ਥੱਲੇ ਵੀ ਰੂਹਾਨੀ ਗੋਦ ਵਿੱਚ ਹੈ। ਆਰੇ ਥੱਲੇ ਵੀ ਪਰਮਾਤਮਾ ਨੇ ਮਤੀ ਦਾਸ ਨੂੰ ਡੋਲਣ ਨਹੀਂ ਦਿੱਤਾ। ਇਹ ਤਾਂ ਦੱਸਿਆ ਨਾ ਵੀ ਕਈ ਵਾਰ ਅਸੀਂ ਗੁਰਬਾਣੀ ਦੇ ਬਾਹਰੀ ਅਰਥ ਕਰ ਲੈਂਦੇ ਹਾਂ। ਤੁਸੀਂ ਇਹ ਨਾ ਸੋਚੋ ਵੀ ਮਤੀ ਦਾਸ ਤੇ ਔਖੀ ਘੜੀ ਆ ਗਈ ਹੋਊਗੀ ਨਾ। ਆਰੇ ਨਾਲ ਚੀਰਤਾ ਭਾਵੇਂ ਜ਼ਾਲਮ ਨੇ ਸਰੀਰ ਨੂੰ, ਪਰ ਔਖੀ ਘੜੀ ਨਹੀਂ ਮਤੀ ਦਾਸ ਤੇ ਆਈ। ਇਹ ਦੱਸ ਦੇਵਾਂ ਭਾਵ ਕੀ ਹੈ ਵੀ ਜੋ ਮਾਲਕ ਨਾਲ ਜੁੜ ਗਿਆ ਉਹ ਤਾਂ ਸਦਾ ਵਾਸਤੇ ਸੁਖੀ ਹੋ ਗਿਆ, ਗੱਲ ਖਤਮ ਹੈ। ਭਾਈ ਮਣੀ ਸਿੰਘ ਨੇ ਸੱਚ ਦੇ ਇਸ਼ਕ ਵਿੱਚ ਬੰਦ ਕਟਵਾ ਲਿਆ, ਉਹ ਵੱਖਰਾ ਵਿਸ਼ਾ ਹੈ। ਪਰ ਇਹ ਨਹੀਂ ਵੀ ਕਿਤੇ ਕਹੋ ਭਾਈ ਮਣੀ ਸਿੰਘ ਤੇ ਔਖੀ ਘੜੀ ਆ ਗਈ ਹੋਊਗੀ ਨਾ। ਰੱਬੀ ਇਸ਼ਕ ਦੇ ਵਿੱਚ ਗੁਰੂ ਸਾਹਿਬ ਜੀ ਤੱਤੀ ਤਵੀ ਤੇ ਬੈਠੇ ਨੇ। ਪੰਜਵੇਂ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਰੱਬੀ ਇਸ਼ਕ ਵਿੱਚ ਤੱਤੀ ਤਵੀ ਤੇ ਬੈਠੇ ਨੇ। ਰੱਬੀ ਪਿਆਰ ਵਿੱਚ ਤੱਤੀ ਤਵੀ ਤੇ ਰੱਬੀ ਇਸ਼ਕ ਦਾ ਨਜ਼ਾਰਾ। ਸੱਚ ਤੋਂ ਕੁਰਬਾਨ ਹੋ ਗਏ। ਇਹ ਨਾ ਸਮਝੋ ਕਿਤੇ ਵੀ ਤੱਤੀ ਤਵੀ ਤੇ ਕੋਈ ਔਖੀ ਘੜੀ ਆ ਗਈ ਹੋਊਗੀ ਨਾ 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 ਨਾ। ਇੱਕ ਤੱਤੀ ਤਵੀ ਤੇ ਬੈਠੇ ਵੀ ਰੱਬੀ ਇਸ਼ਕ ਦੇ ਵਿੱਚ ਮਸਤ ਨੇ, ਤੇ ਇੱਕ ਏਸੀ ਰੂਮ ਦੇ ਵਿੱਚ ਵੀ ਤੜਫਦਾ ਹੈ, ਨੀਂਦ ਨਹੀਂ ਆਉਂਦੀ। ਇੱਕ ਏਸੀ ਰੂਮ ਦੇ ਵਿੱਚ ਵੀ ਤਪਿਆ ਹੋਇਆ, ਇੱਕ ਤੱਤੀ ਤਵੀ ਤੇ ਬੈਠਾ ਵੀ ਠੰਡਾ ਹੈ। ਬੋਲੋ ਸਤਨਾਮ। ਹਾਂਜੀ, ਇਹ ਅਧਿਆਤਮ ਸਾਇੰਸ ਹੈ, ਰੂਹਾਨੀਅਤ ਹੈ। ਇਸ ਕਰਕੇ ਗੁਰਬਾਣੀ ਦੇ ਫੈਸਲੇ ਅਟੱਲ ਹੈ। ਤਾਂ ਕੁਝ ਉਦਾਹਰਨਾਂ ਦਿੱਤੀਆਂ ਵੀ ਕਈ ਵਾਰ ਅਸੀਂ ਗੁਰਬਾਣੀ ਦੇ ਬਾਹਰੀ ਅਰਥ ਕਰ ਲੈਂਦੇ ਹਾਂ। ਨਹੀਂ, ਉਹ ਐਸਾ ਆਤਮਿਕ ਸੁੱਖ ਦਿੰਦਾ ਮਾਲਕ ਅੰਦਰ ਦਾ, ਬਸ ਫਿਰ ਉਹ ਔਖੀ ਘੜੀ ਤਾਂ ਆਉਂਦੀ ਵੀ ਨਹੀਂ, ਗੱਲ ਖਤਮ ਹੋ ਗਈ। ਇਸ ਕਰਕੇ ਫੈਸਲਾ ਦਿੱਤਾ ਹੈ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ। ਹਾਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ। ਗੁਰੂ ਸਾਹਿਬ ਜੀ ਆਪਾਂ ਨੂੰ ਸਮਝਾਉਣ ਵਾਸਤੇ ਹੀ ਦੱਸ ਰਹੇ ਹਨ ਕਿ ਪ੍ਰਮਾਤਮਾ ਜੀ ਦੇ ਨਾਲ ਮੇਰਾ ਚਿੱਤ ਲੱਗ ਰਿਹਾ ਹੈ। ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ। ਆਦ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਮੀਤ ਰਹਾਓ। ਉਹ ਆਦ ਅੰਤ ਪ੍ਰਮਾਤਮਾ ਸਦਾ ਹੀ ਸਹਾਈ ਹੈ। ਆਦ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਮੀਤ। ਉਹ ਸਾਡਾ ਮਿੱਤਰ ਪਿਆਰਾ ਪ੍ਰਮਾਤਮਾ ਧੰਨ ਹੈ, ਧੰਨ ਹਮਾਰਾ ਮੀਤ ਰਹਾਓ। ਮਾਣੀ ਵਿਲਾਸ ਭਏ ਪਾਠ ਕਰਨ ਵੇਲੇ ਇੱਥੇ ਵਿਸ਼ਰਾਮ ਲਾਉਣਾ ਹੈ। ਗਾਇਨ ਕਰਨ ਵੇਲੇ ਕਈ ਵਾਰੀ ਲਏ ਦੇ ਵਿੱਚ ਉਦਾਂ ਹੀ ਬੋਲਿਆ ਜਾਂਦਾ ਹੈ। ਸੋ ਮਾਣੀ ਵਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ। ਮਾਲਕ ਪ੍ਰਮਾਤਮਾ ਦੇ ਮਾਲਕ ਪ੍ਰਮਾਤਮਾ ਜੀ ਦੇ ਆਚਰਜ ਕੌਤਕ ਤੇ ਵਡਾਈ ਵੇਖ ਕੇ ਮਨ ਦੇ ਵਿੱਚ ਇੱਕ
ਖੁਸ਼ੀ ਪੈਦਾ ਹੁੰਦੀ ਹੈ, ਇੱਕ ਮਨ ਦੇ ਵਿੱਚ ਹੁਲਾਸ, ਇੱਕ ਵਿਗਾਸ ਪੈਦਾ ਹੁੰਦਾ ਹੈ। ਮਨ ਵਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ। ਗੁਰੂ ਬਾਬਾ ਜੀ ਕਹਿੰਦੇ ਪਰਮਾਤਮਾ ਨੂੰ ਯਾਦ ਕਰ ਕਰਕੇ ਭਾਈ ਤੂੰ ਵੀ ਆਪਣੇ ਜੀਵਨ ਦਾ ਆਨੰਦ ਮਾਣ। ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ। ਫਿਰ ਪ੍ਰਮਾਤਮਾ ਜੀ ਨੇ ਪੂਰੀ ਪੈਜ ਰੱਖੀ ਹੈ ਜੋ ਵੀ ਮਾਲਕ ਪ੍ਰਮਾਤਮਾ ਨਾਲ ਜੁੜਿਆ ਹੈ। ਇਸ ਕਰਕੇ ਅੱਜ ਦੀ ਸਾਰੀ ਜੋ ਹਾਜ਼ਰੀ ਦਾ ਸਿੱਟਾ ਕੀ ਨਿਕਲਿਆ, ਦੂਜਾ ਸ਼ਬਦ ਹੀ ਆਪਾਂ ਵਿਚਾਰ ਲਿਆ ਵੀ ਇੱਕ ਮਾਲਕ ਪ੍ਰਮਾਤਮਾ ਤੇ ਟਿਕ ਰੱਖੀਏ, ਆਪਣੇ ਮੂਲ ਨਾਲ ਜੁੜੀਏ। ਮੂਲ ਕਹਿ ਲਓ, ਆਦ ਕਹਿ ਲਓ, ਸੋਮਾ ਕਹਿ ਲਓ, ਕਿਉਂਕਿ ਜੀਵਾਤਮਾ ਸਰਬ ਵਿਆਪਕ ਪ੍ਰਮਾਤਮਾ ਦੀ ਅੰਸ਼ ਹੈ। ਇਹ ਸਤਨਾਮ ਸਮੁੰਦਰ ਦੀ ਬੂੰਦ ਹੈ ਤੇ ਬੂੰਦ ਨੂੰ ਸਾਗਰ ਦੇ ਸਹਾਰਾ ਹੁੰਦਾ ਹੈ ਨਾ, ਇੱਦਾਂ ਜਿੰਦ ਨੂੰ ਪ੍ਰਮਾਤਮਾ ਦਾ ਹੀ ਸਹਾਰਾ ਹੈ। ਔਰ ਕੱਚੇ ਸਹਾਰੇ ਨਾ ਤੱਕਣ ਦੀ ਕੋਸ਼ਿਸ਼ ਕਰੋ, ਇੱਕ ਮਾਲਕ ਪ੍ਰਮਾਤਮਾ ਦੇ ਨਾਲ ਜੁੜ ਜਾਈਏ ਤਾਂ ਬਖਸ਼ਿਸ਼ਾਂ ਬੜੀਆਂ ਵੱਡੀਆਂ ਹੁੰਦੀਆਂ। ਫਿਰ ਤਾਂ ਤਾਤੀ ਬਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚਾਉ ਗਿਰਦ ਹਮਾਰੇ ਰਾਮ ਕਰ ਦੁੱਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬੰਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ ਰਹਾਉ, ਰਾਖ ਲੀਏ ਤਨ ਰੱਖਣ ਹਾਰ ਸਭ ਵਿਆਹ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਇਸ ਸ਼ਬਦ ਦਾ ਗਾਇਨ ਤੇ ਵਿਚਾਰ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਰਾਂਗੇ। ਹੁਣ ਸਮਾਂ ਹੋ ਗਿਆ 6 ਪੌੜੀਆਂ ਆਨੰਦ ਸਾਹਿਬ ਪੜ੍ਹ ਸਮਾਪਤੀ। ਆਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓੰਕਾਰ। ਅੱਛਾ, ਸਟੇਜ ਚੱਲਦੀ ਰੱਖਣੀ ਹੈ ਜੀ। ਚਲੋ ਆਓ ਜੀ, ਆਪਾਂ ਸ਼ਲੋਕ ਪੜ੍ਹ ਕੇ ਸਮਾਪਤੀ ਕਰਾਂਗੇ। ਫਿਰ ਆਉਣ ਵਾਲਾ ਪ੍ਰੋਗਰਾਮ ਪ੍ਰਬੰਧਕ ਸੱਜਣਾ ਤੋਂ ਆਪਨੇ ਸ਼ਰਵਣ ਕਰਨਾ ਹੈ। ਹਾਂਜੀ, ਸ਼ਲੋਕ ਪੜ੍ਹ ਕੇ ਸਮਾਪਤੀ। ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ, ਜਗ ਆਈਆਂ ਮੋਰੇ ਆਈਆਂ ਵਸੈ ਧਰਮ ਹਦੂਰ, ਸਤਿਗੁਰਾਂ ਦਾ ਕੋਟਾ